कि असी सब खुदा दी हजूरी दे विच जा सकीए और खुदा दी बाणी नूं सुन सकीए, पढ़ सकीए, बोल सकीए। मैं शुक्रगुजार हाँ सिस्टर नुसरत जी दा, जिन्हां ने एक वारी फिर तो ये समा दिता कि असी खुदा दी बाणी नूं इस प्लेटफॉर्म दे उत्ते खोल सकीए। आइए असी सभे जन खुदा दी बाणी दे वल जांदे होए खुदा दी बाणी दे पाक पवित्र वचन दे विचों पढ़ांगे। भविष्य सार दी किताब ओदा 25 अध्याय ओदी 13 आयत तो। तेरे थैले दे विच दो प्रकार दे वट्टे ना होण, एक वड्डा एक छोटा, और तेरे घर दे विच दो प्रकार दे नाप ना होण, एक वड्डा ते एक छोटा। पूरा ਅਤੇ ਠੀਕ ਵੱਟਾ ਤੇਰੇ ਕੋਲ ਹੋਵੇ ਅਤੇ ਨਾਪ ਵੀ ਪੂਰਾ ਅਤੇ ਠੀਕ ਤੇਰੇ ਕੋਲ ਹੋਵੇ, ਜੋ ਤੇਰੇ ਦਿਨ ਉਸ ਜ਼ਮੀਨ ਉੱਤੇ ਜਿਹੜੀ ਯਹੋਵਾ ਤੇਰੇ ਪਰਮੇਸ਼ਵਰ ਤੈਨੂੰ ਦੇਣ ਵਾਲਾ ਹੈ ਲੰਬੇ ਹੋਣ। ਕਿਉਂ ਜੋ ਯਹੋਵਾ ਤੇਰਾ ਪਰਮੇਸ਼ਵਰ ਨੂੰ ਸਾਰੇ ਜਿਹੜੇ ਇਹ ਕੰਮ ਕਰਦੇ ਹਨ, ਅਰਥਾਤ ਸਾਰੇ ਜਿਹੜੇ ਬੁਰਾਈ ਕਰਦੇ ਹਨ, ਘਿਨਾਉਣੇ ਲੱਗਦੇ ਹਨ। ਆਮੀਨ। ਕਿਉਂਕਿ ਅੱਜ ਅਸੀਂ ਖੁਦਾ ਦੇ ਪਾਕ ਪਵਿੱਤਰ ਵਚਨ ਦੇ ਵਿੱਚੋਂ ਦੇਖਦੇ ਹਾਂ ਤੇ ਇਸ ਜਗ੍ਹਾ ਤੇ ਲਿਖਿਆ ਕਿ ਤੇਰੇ ਅੰਦਰ ਦੋ ਪ੍ਰਕਾਰ ਦੇ ਵੱਟੇ ਨਾ। ਕਿਉਂਕਿ ਅੱਜ ਅਸੀਂ ਖੁਦਾ ਦੇ ਪਾਕ ਪਵਿੱਤਰ ਵਚਨ ਦੇ ਵਿੱਚੋਂ ਦੇਖਣਾ ਹੈ ਕਿ ਅੱਜ ਅਸੀਂ ਉਹ ਕੰਮ ਕਰ ਰਹੇ ਹਾਂ ਜਿਹੜੇ ਖੁਦਾ ਨੂੰ ਚੰਗੇ ਲੱਗਦੇ ਹਨ। ਕਿਉਂਕਿ ਸਾਡੀ ਜ਼ਿੰਦਗੀ ਦੇ ਅੰਦਰ ਪਾਪ ਇੰਨਾ ਕੁ ਹੈ, ਬੁਰਾਈ ਇੰਨੀ ਕੁ ਹੈ, ਗੁਨਾਹ ਇੰਨੇ ਕੁ ਹਨ, ਜਿਹਦੇ ਕਰਕੇ ਅਸੀਂ ਦਿਨੋ ਦਿਨ ਖੁਦਾ ਦੀ ਹਜ਼ੂਰੀ ਤੋਂ ਦੂਰ ਹੁੰਦੇ ਜਾਂਦੇ ਹਾਂ। ਅੱਜ ਪਰਮੇਸ਼ਵਰ ਦਾ ਪਵਿੱਤਰ ਵਚਨ ਇਹ ਗੱਲ ਸਾਨੂੰ ਆਖਦਾ ਹੈ ਕਿ ਤੇਰੇ ਥੈਲੇ ਦੇ ਅੰਦਰ ਦੋ ਪ੍ਰਕਾਰ ਦੇ ਵੱਟੇ ਨਾ ਹੋਣ, ਤੇਰੇ ਘਰ ਦੇ ਵਿੱਚ ਦੋ ਪ੍ਰਕਾਰ ਦੇ ਨਾਪ ਨਾ ਹੋਣ, ਔਰ ਜੋ ਤੂੰ ਤੋਲ ਕਰਦਾ ਹੈ, ਜੋ ਤੂੰ ਨਾਪ ਕਰਦਾ ਹੈ, ਉਹ ਨਾਪ ਪੂਰਾ ਹੋਣਾ ਚਾਹੀਦਾ ਹੈ, ਨਾ ਕਿ ਗਲਤ ਹੋਣਾ ਚਾਹੀਦਾ ਹੈ। ਕਿਉਂਕਿ ਤਿੰਨ ਗੱਲਾਂ ਖੁਦਾ ਨੇ ਅੱਜ ਸਾਡੀ ਜ਼ਿੰਦਗੀ ਦੇ ਅੰਦਰ ਪੇਸ਼ ਕੀਤੀਆਂ ਹਨ। ਇੱਕ, ਤੇਰੇ ਥੈਲੇ ਦੇ ਅੰਦਰ ਦੋ ਵੱਟੇ ਨਾ ਹੋਣ, ਇੱਕ ਵੱਡਾ ਤੇ ਇੱਕ ਛੋਟਾ। ਔਰ ਤੇਰੇ ਘਰ ਦੇ ਅੰਦਰ ਦੋ ਪ੍ਰਕਾਰ ਦੇ ਨਾਪ ਨਾ ਹੋਣ। ਜਿਵੇਂ ਅਸੀਂ ਇੱਕ ਛੋਟੀ ਜਿਹੀ ਮਿਸਾਲ ਵੇਖ ਲੈਂਦੇ ਹਾਂ ਕਿ ਇੱਕ ਬੇਟਾ ਵੱਡਾ ਹੈ ਤੇ ਇੱਕ ਛੋਟਾ ਹੈ, ਤੇ ਛੋਟੇ ਨੂੰ ਅਸੀਂ ਜ਼ਿਆਦਾ ਪਿਆਰ ਕਰਦੇ ਹਾਂ ਤੇ ਵੱਡੇ ਨੂੰ ਥੋੜਾ ਜਿਹਾ ਘੱਟ ਕਰਦੇ ਹਾਂ। ਤੇ ਉਹ ਕੀ ਕਰਦਾ ਹੈ, ਵੱਡੇ ਦੇ ਅੰਦਰ ਕੀ ਕਰਦਾ ਹੈ, ਮਨ ਦੇ ਵਿੱਚ ਕ੍ਰੋਧ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਮੇਰਾ ਮਾਂ-ਬਾਪ ਮੈਨੂੰ ਕੀ ਕਰਦਾ ਹੈ, ਪਿਆਰ ਨਹੀਂ ਕਰਦਾ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਜਿਵੇਂ ਅਸੀਂ ਆਪਣੀ ਦੁਕਾਨ ਦੇ ਉੱਤੇ ਹਾਂ ਜਾਂ ਕੋਈ ਕੰਮਕਾਰ ਕਰਦੇ ਹਾਂ ਤੇ ਉਹਦੇ ਵਿੱਚ ਅਸੀਂ ਹੇਰਾ-ਫੇਰੀ ਕਰਦੇ ਹਾਂ, ਤੋਲਣ ਦੇ ਵਿੱਚ, ਨਾਪ ਕਰਨ ਦੇ ਵਿੱਚ, ਜਾਂ ਆਪਣੇ ਮਨ ਦੇ ਵਿੱਚ ਪਾਪ ਲਿਆ ਕੇ। ਪਰ ਯਹੋਵਾ ਪਰਮੇਸ਼ਵਰ ਕੀ ਕਰਦਾ ਹੈ, ਸਾਡੇ ਸਾਰੇ ਕੰਮਾਂ ਨੂੰ ਕੀ ਕਰਦਾ ਹੈ, ਜਾਣਦਾ ਹੈ। ਜਦ ਖੁਦਾਵੰਦ ਜਾਣਦਾ ਹੈ, ਉਹ ਆਖਦਾ ਮੈਂ ਤੇਰੇ ਕੰਮਾਂ ਦੇ ਅਨੁਸਾਰ ਕੀ ਕਰਾਂਗਾ, ਤੈਨੂੰ ਬਰਕਤ ਦੇਵਾਂਗਾ। ਪਰ ਤੇਰੇ ਕੰਮ ਅਜਿਹੇ ਹਨ, ਤੇਰਾ ਚਾਲ ਚੱਲਣ ਅਜਿਹਾ ਹੈ, ਤੇਰੀ ਬੁਰਾਈ ਇੰਨੀ ਕੁ ਹੈ ਕਿ ਮੈਂ ਤੈਨੂੰ ਬਰਕਤ ਦੇਣ ਦੀ ਬਜਾਏ ਤੂੰ ਸ਼ਰਾਪ ਆਪਣੀ ਜ਼ਿੰਦਗੀ ਦੇ ਅੰਦਰ ਲੈ ਆਉਂਦਾ ਹੈ। ਕਿਉਂਕਿ ਤੇਰੇ ਕੰਮ ਖੁਦਾ ਨੂੰ ਕੀ ਲੱਗਦੇ ਨੇ, ਘਿਨਾਉਣੇ ਲੱਗਦੇ ਨੇ, ਮਾੜੇ ਲੱਗਦੇ ਨੇ, ਤੇ ਖੁਦਾ ਤੈਨੂੰ ਬਰਕਤ ਦੇਣ ਤੋਂ ਝਿਜਕਦਾ ਹੈ। ਕਿਉਂਕਿ ਅੱਜ ਅਸੀਂ ਖੁਦਾ ਦੇ ਪਾਕ ਪਵਿੱਤਰ ਵਚਨ ਦੇ ਵਿੱਚੋਂ ਪੜ੍ਹਦੇ ਪਏ ਸਾਂ ਤੇ ਲਿਖਿਆ ਹੈ ਕਿ ਜਦ ਕਦ ਮੈਂ ਤੁਹਾਡੇ ਕੋਲ ਆਵਾਂ ਤੇ ਤੁਹਾਨੂੰ ਮੈਂ ਆਪਣੇ ਲਾਇਕ ਉਹ ਕੰਮ ਜਿਹੜੇ ਮੈਂ ਤੁਹਾਨੂੰ ਕਰਨ ਦੇ ਲਈ ਦਿੱਤੇ, ਉਹ ਕੰਮਾਂ ਦੇ ਵਿੱਚ ਪੂਰੇ ਨਾ ਪਾਵਾਂ ਤੇ ਮੇਰਾ ਦਿਲ ਤੁਹਾਡੇ ਉੱਤੋਂ ਹੌਲਾ ਹੋ ਜਾਵੇਗਾ।
ਜਿਵੇਂ ਅੱਜ ਅਸੀਂ ਆਸ ਰੱਖਦੇ ਹਾਂ ਕਿ ਮੈਂ ਖੁਦਾ ਦੇ ਕੋਲੋਂ ਮੰਗਿਆ ਤੇ ਖੁਦਾ ਮੈਨੂੰ ਕੀ ਕਰੇਗਾ, ਦੇਵੇਗਾ। ਪਰ ਜਦੋਂ ਉਹ ਸਾਨੂੰ ਨਹੀਂ ਮਿਲਦਾ ਤੇ ਸਾਡਾ ਦਿਲ ਹੌਲਾ ਹੋ ਜਾਂਦਾ ਹੈ। ਇਸੇ ਪ੍ਰਕਾਰ ਖੁਦਾ ਵੀ ਸਾਡੇ ਕੋਲੋਂ ਕੁਝ ਚਾਹੁੰਦਾ ਹੈ। ਖੁਦਾ ਵੀ ਸਾਡੇ ਕੋਲੋਂ ਕੁਝ ਆਸ ਰੱਖਦਾ ਹੈ ਕਿ ਮੈਂ ਕੀ ਕਰਦਾ ਹਾਂ, ਤੁਹਾਡੇ ਉੱਤੇ ਕੀ ਕਰਦਾ ਹਾਂ, ਆਸ ਰੱਖਦਾ ਹਾਂ। ਕਿਉਂਕਿ ਖੁਦਾ ਬਹੁਤ ਮਹਾਨ ਹੈ। ਕਿਉਂਕਿ ਖੁਦਾ ਦੇ ਵਚਨ 'ਚ ਲਿਖਿਆ ਹੈ ਕਿ ਅਸੀਂ ਕੀ ਕਰਨਾ ਹੈ, ਖੁਦਾ ਦਾ ਆਖਾ ਮੰਨਣਾ ਹੈ। ਪਰ ਆਖਾ ਕਿੱਦਾਂ ਮੰਨਾਂਗੇ? ਕਿਉਂਕਿ ਸਾਡੀ ਜ਼ਿੰਦਗੀ ਦੇ ਅੰਦਰ ਦੋ ਪ੍ਰਕਾਰ ਦੀਆਂ ਚੀਜ਼ਾਂ ਨੇ। ਕੋਈ ਕੰਮ ਕਰਨ ਲੱਗੀ ਤਾਂ ਦੋ ਆਵਾਜ਼ਾਂ ਆਉਂਦੀਆਂ, ਇੱਕ ਕੰਮ ਕਰ ਲਾ ਤੇ ਇੱਕ ਕੰਮ ਰਹਿਣ ਦੇ। ਅੱਜ ਅਸੀਂ ਪਰਖ ਕਰਨੀ ਹੈ ਕਿ ਖੁਦਾ ਦੀ ਆਵਾਜ਼ ਕਿਹੜੀ ਹੈ ਤੇ ਉਹ ਦੁਸ਼ਟ ਦੀ ਆਵਾਜ਼ ਕਿਹੜੀ ਹੈ, ਜਿਹੜੀ ਸਾਨੂੰ ਕੰਮ ਕਰਨ ਤੋਂ ਕੀ ਕਰਦੀ ਹੈ, ਰੋਕਦੀ ਹੈ। ਸੋ ਮੇਰੇ ਅਜੀਜ਼ੋ, ਅੱਜ ਅਸੀਂ ਖੁਦਾ ਦੇ ਪਾਕ ਪਵਿੱਤਰ ਵਚਨ ਦੇ ਵਿੱਚੋਂ ਪੜਾਂਗੇ ਯਹੂਨਾ ਦੀ ਅੰਜੀਲ, ਉਹਦਾ 14 ਬਾਬ, ਯਹੂਨਾ ਦੀ ਅੰਜੀਲ ਉਹਦਾ 14 ਬਾਬ, ਉਹਦੀ 21 ਹੈ। ਜਿਹਦੇ ਕੋਲ ਮੇਰਾ ਹੁਕਮ ਮੰਨ ਅਤੇ ਉਹਨਾਂ ਦੀ ਪਾਲਣਾ ਕਰਦਾ ਹੈ, ਸੋ ਹੀ ਹੈ ਜੋ ਮੈਨੂੰ ਪਿਆਰ ਕਰਦਾ ਹੈ। ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਪਿਆਰਾ ਹੋਵੇਗਾ, ਅਤੇ ਮੈਂ ਉਹਦੇ ਨਾਲ ਪਿਆਰ ਕਰਾਂਗਾ ਅਤੇ ਆਪਣੇ ਤਾਈਂ ਉਸ ਉੱਤੇ ਪ੍ਰਗਟ ਕਰਾਂਗਾ। ਆਮੀਨ। ਹੁਣ ਅਸੀਂ ਵੇਖਣਾ ਕਿ ਖੁਦਾ ਦੇ ਕੋਲੋਂ ਅਸੀਂ ਬਰਕਤ ਲੈਣੀ ਆ, ਪਰ ਖੁਦਾ ਸਾਨੂੰ ਪਿਆਰ ਕਰਦਾ ਹੈ ਜਾਂ ਅਸੀਂ ਖੁਦਾ ਨੂੰ ਪਿਆਰ ਕਰਦੇ ਹਾਂ? ਜੇਕਰ ਅਸੀਂ ਖੁਦਾ ਨੂੰ ਪਿਆਰ ਕਰਦੇ ਹਾਂ ਤੇ ਸਾਡਾ ਖੁਦਾ ਦੇ ਵਿੱਚ ਉਹ ਸਮਾਂ ਕਿੰਨਾ ਲੰਘਦਾ ਹੈ। ਕਿਉਂਕਿ ਖੁਦਾ ਦਾ ਵਚਨ ਆਖਦਾ ਹੈ, ਜਿਹਦੇ ਕੋਲ ਮੇਰੇ ਹੁਕਮ ਹਨ ਤੇ ਉਹ ਹੁਕਮਾਂ ਦੀ ਪਾਲਣਾ ਕਰਦਾ ਹੈ, ਸੋ ਹੀ ਹੈ ਜੋ ਮੈਨੂੰ ਪਿਆਰ ਕਰਦਾ ਹੈ। ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਵੀ ਪਿਆਰ ਹੋਵੇਗਾ, ਅਤੇ ਉਹ ਮੇਰੇ ਨਾਲ ਪਿਆਰ ਕਰੇਗਾ ਅਤੇ ਆਪਣੇ ਤਾਈਂ ਸਾਰੇ ਕੰਮ ਉਹਦੇ ਉੱਤੇ ਪ੍ਰਗਟ ਕਰੇਗਾ। ਤੇ ਇਸੇ ਦੀ 23 ਆਇਤ ਜਦੋਂ ਪੜ੍ਹਦੇ ਹਾਂ ਤੇ ਲਿਖਿਆ ਹੈ, ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਜੋ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਵਚਨ ਦੀ ਪਾਲਣਾ ਕਰੇਗਾ, ਅਤੇ ਮੇਰੇ ਪਿਤਾ ਦਾ ਪਿਆਰ ਕਰੇਗਾ, ਅਤੇ ਅਸੀਂ ਉਹਦੇ ਕੋਲ ਆਵਾਂਗੇ ਤੇ ਉਹਦੇ ਨਾਲ ਵਾਸ ਕਰਾਂਗੇ। ਹਾਲੇਲੂਇਆ। ਹੁਣ ਸਭ ਤੋਂ ਪਹਿਲੇ ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਜੋ ਮੈਨੂੰ ਪਿਆਰ ਕਰਦਾ ਹੈ। ਹਾਲੇਲੂਇਆ। ਅੱਜ ਜਿਵੇਂ ਅਸੀਂ ਆਪਣੇ ਘਰ ਦੇ ਵਿੱਚ ਪਿਆਰ ਕਰਦੇ, ਆਪਣੇ ਬੱਚਿਆਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ ਪਿਆਰ ਕਰਦੇ ਹਾਂ, ਤੇ ਪਰਿਵਾਰ ਜੋ ਸਾਨੂੰ ਕਹਿ ਦੇਵੇ ਤੇ ਅਸੀਂ ਕੀ ਕਰਦੇ, ਉਹਦੇ ਆਖੇ ਲੱਗਦੇ ਹਾਂ, ਤੇ ਉਹਨਾਂ ਦੀ ਹਰ ਇੱਕ ਲੋੜ ਤੇ ਜ਼ਰੂਰਤ ਨੂੰ ਕੀ ਕਰਦੇ, ਪੂਰੀਆਂ ਕਰਦੇ ਹਾਂ, ਭਾਵੇਂ ਉਹ ਸਾਨੂੰ ਕਿਸੇ ਵੀ ਤਰੀਕੇ ਕਰਨੀ ਪਵੇ, ਕਿਉਂਕਿ ਅਸੀਂ ਉਹਨਾਂ ਨੂੰ ਕੀ ਕਰਦੇ ਹਾਂ, ਪਿਆਰ ਕਰਦੇ। ਪਰ ਪਰਮੇਸ਼ਵਰ ਨੇ ਵੀ ਸਾਡੇ ਨਾਲ ਪਿਆਰ ਕੀਤਾ। ਜਦ ਪਰਮੇਸ਼ਵਰ ਨੇ ਸਾਡੇ ਨਾਲ ਪਿਆਰ ਕੀਤਾ ਤੇ ਇੱਕ ਵਚਨ ਉਹਨੇ ਦੇ ਦਿੱਤਾ ਕਿ ਤੂੰ ਕੀ ਕਰ, ਮੇਰੇ ਆਖੇ ਲੱਗ। ਪਰਮੇਸ਼ਵਰ ਨੇ ਕਹਿਤਾ ਆਖੇ ਲੱਗ, ਤੇ ਆਖੇ ਅਸੀਂ ਹੁਣ ਕਿੱਦਾਂ ਲੱਗਣਾ? ਜੇ ਸਾਡਾ ਗੁਰੂ ਕਹਿ ਦੇਵੇ ਕਿ ਬੇਟਾ ਆਹ ਕੰਮ ਕਰਨਾ, ਤੇ ਕਿੱਦਾਂ ਕਰਾਂਗੇ? ਕਹਾਂਗੇ ਸਾਡੇ ਕੋਲ ਟਾਈਮ ਨਹੀਂ ਹੈ, ਜਾਂ ਅੱਜ ਨਹੀਂ ਕੱਲ ਨੂੰ ਕਰ ਦੇਵਾਂਗੇ, ਕੱਲ ਨੂੰ ਹੀ 2 ਦਿਨ ਹਟ ਕੇ ਕਰ ਦੇਵਾਂਗੇ। ਅਸੀਂ ਕੀ ਕਰਦੇ ਹਾਂ, ਉਹਨਾਂ ਗੱਲਾਂ ਨੂੰ ਕੀ ਕਰਦੇ ਹਾਂ, ਅਦਲਾ ਬਦਲੀ ਕਰਦੇ ਹਾਂ। ਪਰ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਜੇ ਕੋਈ ਮੈਨੂੰ ਪਿਆਰ ਕਰਦਾ ਹੈ ਤੇ ਉਹ ਮੇਰੇ ਵਚਨ ਦੀ ਕੀ ਕਰੇਗਾ, ਪਾਲਣਾ ਕਰੇਗਾ। ਹਾਲੇਲੂਇਆ। ਅੱਜ ਖੁਦਾਵੰਦ ਸਾਨੂੰ ਵਚਨ ਕਰ ਰਿਹਾ, ਅੱਜ ਖੁਦਾਵੰਦ ਸਾਡੇ ਨਾਲ ਗੱਲਬਾਤ ਕਰ ਰਿਹਾ, ਅੱਜ ਖੁਦਾਵੰਦ ਸਾਨੂੰ ਪਿਆਰ ਕਰ ਰਿਹਾ। ਇੱਕ ਉਹਨੇ ਹੁਕਮਨਾਮਾ ਲਾ ਦਿੱਤਾ, ਇੱਕ ਉਹਨੇ ਦਰਖਾਸਤ ਕਰ ਦਿੱਤੀ ਕਿ ਅੱਜ ਇਹ ਮੇਰੇ ਪਿਆਰੇ ਬੱਚੇ, ਤੂੰ ਮੇਰੇ ਲਈ ਆਹ ਕੰਮ ਕਰਨਾ ਹੈ। ਤੇ ਬੱਚਾ ਕੀ ਕਰ ਰਿਹਾ, ਆਪਣੇ ਮਨ ਨੂੰ ਪਰਮੇਸ਼ਵਰ ਦੇ ਹੁਕਮਨਾਮੇ ਤੋਂ ਤੋੜ ਰਿਹਾ। ਕਿਉਂਕਿ ਜਦੋਂ ਅਸੀਂ ਖੁਦਾ ਦੇ ਪਾਕ ਪਵਿੱਤਰ ਵਚਨ ਦੇ ਵਿੱਚ ਪੜ੍ਹਦੇ, ਲਿਖਿਆ ਯੂਨਾ ਨਬੀ ਦੇ ਬਾਰੇ,
ਯੂਨਾਹ ਨੂੰ ਕੀ ਕਰਦਾ ਸੀ? ਖੁਦਾ ਪਿਆਰ ਕਰਦਾ ਸੀ। ਤੇ ਯੂਨਾਹ ਵੀ ਖੁਦਾ ਦੇ ਨਾਲ ਕੀ ਕਰਦਾ ਸੀ? ਪੂਰੀ ਰੀਤੀ ਦੇ ਨਾਲ ਚੱਲਦਾ ਸੀ। ਪਰ ਇੱਕ ਦਿਨ ਖੁਦਾ ਦਾ ਵਚਨ ਆਇਆ, ਹੈ ਯੂਨਾਹ, ਨਿਨਵਾ ਦੇ ਲੋਕ ਬਹੁਤ ਪਾਪ ਦੇ ਨਾਲ ਭਰ ਚੁੱਕੇ ਨੇ, ਬਹੁਤ ਬਦੀਆਂ ਦੇ ਨਾਲ ਭਰ ਚੁੱਕੇ ਨੇ, ਬਹੁਤ ਗੁਨਾਹਾਂ ਦੇ ਨਾਲ ਭਰ ਚੁੱਕੇ ਨੇ। ਤੂੰ ਉਸ ਦੇਸ਼ ਦੇ ਵਿੱਚ, ਉਸ ਰਾਜ ਦੇ ਵਿੱਚ ਜਾ ਤੇ ਉਹਨਾਂ ਲੋਕਾਂ ਨੂੰ ਆਖ, ਉਹਨਾਂ ਲੋਕਾਂ ਨੂੰ ਇਹ ਸੁਸਮਾਚਾਰ ਸੁਣਾ ਕਿ ਇਹ ਨਗਰ, ਇਹ ਦੇਸ਼, ਇਹ ਰਾਜ ਬਹੁਤ ਜਲਦ ਤਬਾਹ ਹੋਣ ਵਾਲਾ ਹੈ। ਤੇ ਤੁਸੀਂ ਕੀ ਕਰੋ? ਆਪਣੇ ਆਪਣੇ ਪਾਪਾਂ ਤੋਂ ਤੌਬਾ ਕਰੋ ਤੇ ਸੋ ਬਚਾਏ ਜਾਓਗੇ। ਹੁਣ ਵਚਨ ਖੁਦਾ ਨੇ ਯੂਨਾਹ ਨੂੰ ਕਰ ਦਿੱਤਾ, ਤੇ ਯੂਨਾਹ ਦੇ ਮਨ ਦੇ ਵਿੱਚ ਆਇਆ ਕਿ ਖੁਦਾਵੰਦ ਮੈਨੂੰ ਕਿਹੜਾ ਵੇਖ ਰਿਹਾ। ਖੁਦਾ ਨੇ ਕਹਿਤਾ ਜਾਣ ਦੇ ਲਈ, ਕੋਈ ਗੱਲ ਨਹੀਂ, ਚਲੇ ਜਾਂਦੇ ਆ। ਜਦੋਂ ਬੰਦਰਗਾਹ ਤੇ ਗਿਆ, ਇੱਕ ਜਹਾਜ਼ ਉਸ ਜਗ੍ਹਾ ਦੇ ਉੱਤੇ ਖੜਾ ਸੀ ਜਿਹੜਾ ਨੀਨਵਾ ਨੂੰ ਨਹੀਂ ਬਲਕਿ ਤਰਸ਼ੀਸ਼ ਨੂੰ ਜਾਣ ਵਾਲਾ ਸੀ। ਉਹ ਤਰਸ਼ੀਸ਼ ਵਾਲੇ ਜਹਾਜ਼ ਦੇ ਉੱਤੇ ਕੀ ਕੀਤਾ? ਬੈਠ ਗਿਆ ਤੇ ਤਹਿਖਾਨੇ ਦੇ ਵਿੱਚ ਜਾ ਕੇ ਸੌਂ ਗਿਆ। ਪਰ ਜਦ ਜਹਾਜ਼ ਅੱਧ ਸਮੁੰਦਰ ਦੇ ਵਿੱਚ ਆਇਆ ਤੇ ਉਹ ਸਮੁੰਦਰ ਕੀ ਹੋਣ ਲੱਗਾ? ਬਹੁਤ ਜ਼ੋਰਾਂ ਦੇ ਨਾਲ, ਤੇਜ਼ ਵਹਾਓ ਦੇ ਨਾਲ ਸਮੁੰਦਰ ਚੜ ਆਇਆ। ਹਨੇਰ ਵਗਣ ਲੱਗਾ, ਤੂਫਾਨ ਉੱਠ ਗਿਆ। ਲੋਕ ਹਾਹਾਕਾਰ ਉੱਠ, ਜਿੰਨੇ ਵੀ ਜਹਾਜ਼ ਦੇ ਵਿੱਚ ਸਨ, ਸਭੇ ਹਾਹਾਕਾਰ ਉੱਠ ਖੜੇ ਹੋਏ। ਔਰ ਯੂਨਾਹ ਕੀ ਕਰ ਰਿਹਾ? ਅਰਮਾਨ ਨਾਲ ਸੁੱਤਾ ਹੋਇਆ। ਲੋਕ ਆਪਣਾ ਭਾਰੀ ਸਮਾਨ ਸਾਰਾ ਜਹਾਜ਼ ਦੇ ਉੱਤੋਂ ਥੱਲੇ ਸੁੱਟ ਰਹੇ ਨੇ ਕਿ ਸ਼ਾਇਦ ਅਸੀਂ ਕੀ ਕਰੀਏ? ਬਚ ਜਾਈਏ, ਸ਼ਾਇਦ ਅਸੀਂ ਆਉਣ ਵਾਲੀ ਤਬਾਹੀ ਤੋਂ ਬਚ ਜਾਈਏ। ਪਰ ਉਹ ਜਹਾਜ਼ ਦਾ ਬਵੰਡਰ ਹੋਰ ਵਧਣ ਲੱਗਾ ਤੇ ਉਸ ਜਹਾਜ਼ ਦੇ ਕੈਪਟਨ ਨੇ ਕੀ ਕਿਹਾ ਕਿ ਤੁਸੀਂ ਕੀ ਕਰੋ? ਆਪੋ ਆਪਣੇ ਮਾਲਕ ਦੀ, ਆਪਣੇ ਆਪਣੇ ਰੱਬ ਦੀ ਕੀ ਕਰੋ? ਉਪਾਸਨਾ ਕਰੋ, ਸ਼ਾਇਦ ਅਸੀਂ ਬਚ ਜਾਈਏ। ਪਰ ਯੂਨਾਹ ਤਹਿਖਾਨੇ ਦੇ ਵਿੱਚ ਸੁੱਤਾ। ਯੂਨਾਹ ਨੂੰ ਜਦੋਂ ਉਠਾਇਆ ਗਿਆ ਕਿ ਜਹਾਜ਼ ਡੁੱਬ ਰਿਹਾ ਹੈ, ਸਭੇ ਆਪਣੇ ਆਪਣੇ ਰੱਬ ਨੂੰ ਯਾਦ ਕਰ ਰਹੇ ਨੇ, ਤੂੰ ਵੀ ਕੀ ਕਰ? ਆਪਣੇ ਰੱਬ ਨੂੰ ਯਾਦ ਕਰ। ਜਦ ਰੱਬ ਨੂੰ ਯਾਦ ਕਰਨ ਦੇ ਲਈ ਆਖਿਆ ਗਿਆ ਤੇ ਯੂਨਾਹ ਜਿਹੜਾ ਸੀ ਤਹਿਖਾਨੇ ਦੇ ਵਿੱਚੋਂ ਬਾਹਰ ਆਇਆ। ਉਹਨੇ ਆਖਿਆ ਕਿ ਇਹ ਤੂਫਾਨ, ਇਹ ਹਨੇਰੀ ਸਭੇ ਮੇਰੇ ਕਰਕੇ ਆਈ ਆ, ਇਹ ਏਦਾਂ ਨਹੀਂ ਸ਼ਾਂਤ ਹੋਣੀ। ਮੈਨੂੰ ਚੁੱਕੋ ਤੇ ਸਮੁੰਦਰ ਦੇ ਵਿੱਚ ਸੁੱਟ ਦਿਓ ਤੇ ਜਹਾਜ਼, ਸਮੁੰਦਰ ਸ਼ਾਂਤ ਹੋ ਜਾਵੇਗਾ। ਕਹਿੰਦੇ, ਹੇ ਯੂਨਾਹ, ਤੇਰੀ ਮੌਤ ਦਾ ਬਦਲਾ ਕੌਣ ਦੇਵੇਗਾ? ਆਖਣ ਲੱਗੇ ਕਿ ਗੁਣੇ ਪਾਓ, ਜਿਹਦੇ ਨਾਂ ਦਾ ਗੁਣਾ ਨਿਕਲੇ ਉਹਨੂੰ ਕੀ ਕਰਾਂਗੇ? ਸਮੁੰਦਰ ਦੇ ਵਿੱਚ ਸੁੱਟ ਦੇਵਾਂਗੇ। ਕਿਉਂਕਿ ਜਿਸ ਪਰਮੇਸ਼ਵਰ ਦੀ ਭਗਤੀ ਕਰਦਾ ਹੈ, ਜਿਸ ਪਰਮੇਸ਼ਵਰ ਨੇ ਤੈਨੂੰ ਹੁਕਮਨਾਮਾ ਜਾਰੀ ਕੀਤਾ, ਤੂੰ ਉਸ ਹੁਕਮਨਾਮੇ ਨੂੰ ਤੁਸੀਂ ਜਾਣਿਆ। ਤੇਰੇ ਅੰਦਰ ਦੋ ਪ੍ਰਕਾਰ ਦੇ ਵੱਟੇ ਆ ਗਏ, ਤੇਰੇ ਅੰਦਰ ਦੋ ਪ੍ਰਕਾਰ ਦਾ ਨਾਪ ਆ ਗਿਆ ਹੈ। ਤੇਰੇ ਅੰਦਰ ਜਿਹੜਾ ਉਹ ਸਹੀ ਤੋਲ ਸੀ ਉਹ ਗਲਤ ਹੋ ਗਿਆ ਹੈ। ਇਸ ਕਰਕੇ ਪਰਮੇਸ਼ਵਰ ਨੇ ਬੁਰਾਈ ਇਸ ਜਹਾਜ਼ ਦੇ ਉੱਤੇ ਲਿਆਂਦੀ ਹੈ। ਜਦੋਂ ਗੁਨਾਹ ਨਿਕਲਿਆ ਯੂਨਾਹ ਨਬੀ ਦਾ, ਉਹਨੂੰ ਚੁੱਕਿਆ ਗਿਆ ਤੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਗਿਆ। ਜਦੋਂ ਸੁੱਟਿਆ ਗਿਆ ਤੇ ਉਸੇ ਵੇਲੇ ਬੇੜਾ ਸ਼ਾਂਤ ਹੋ ਗਿਆ, ਸਮੁੰਦਰ ਸ਼ਾਂਤ ਹੋ ਗਿਆ। ਤੇ ਇੱਕ ਮੱਛੀ ਜਿਸ ਨੂੰ ਖੁਦਾ ਨੇ ਤਿਆਰ ਕੀਤਾ ਸੀ, ਉਸ ਮੱਛੀ ਨੇ ਕੀ ਕੀਤਾ? ਯੂਨਾਹ ਨੂੰ ਆਪਣੇ ਅੰਦਰ ਨਿਗਲ ਲਿਆ। ਜਦ ਨਿਗਲ ਲਿਆ, ਸਮੁੰਦਰ ਦੀਆਂ ਤਹਿਾਂ ਦੇ ਵਿੱਚ ਯੂਨਾਹ ਮੱਛੀ ਦੇ ਪੇਟ ਦੇ ਵਿੱਚ ਫਸਿਆ ਹੋਇਆ ਤੇ ਉੱਥੇ ਆਪਣੇ ਗੁਨਾਹ ਤੋਂ ਤੌਬਾ ਕਰ ਰਿਹਾ ਹੈ ਕਿ ਹੇ ਪਰਮੇਸ਼ਵਰ, ਮੈਂ ਤੇਰੇ ਵਿਰੁੱਧ, ਉਸ ਸਵਰਗ ਦੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਹੈ, ਬੁਰਾਈ ਕੀਤੀ ਹੈ। ਅੱਜ ਮੈਂ ਆਪਣੇ ਪਾਪ ਮੰਨ ਕੇ ਕੀ ਕਰਦਾ ਹਾਂ?
ਤਿਆਗ ਦਿੰਦਾ ਹਾਂ ਪ੍ਰਭੂ। ਅੱਜ ਤੋਂ ਮੇਰੀ ਜ਼ਿੰਦਗੀ ਦੇ ਅੰਦਰ ਕੀ ਕਰ ਕਾਰੀ ਕਰ। ਔਰ ਉਹਦਾ ਜੀਵਨ ਖੁਦਾ ਨੇ ਬਦਲਿਆ। ਮਸੀਹ ਨੂੰ ਹੁਕਮ ਦਿੱਤਾ, ਉਹਨੇ ਕੀ ਕੀਤਾ, ਨਿਨਵਾ ਦੇ ਕੰਢੇ ਦੇ ਉੱਤੇ ਕੀ ਕੀਤਾ, ਜੂਨਾਂ ਨੂੰ ਗਲਾਸ਼ ਦਿੱਤਾ। ਸੋ ਮੇਰੇ ਅਜ਼ੀਜ਼ੋ, ਜੇਕਰ ਖੁਦਾ ਨੇ ਸਾਨੂੰ ਕੋਈ ਵਚਨ ਕੀਤਾ ਹੈ ਤੇ ਉਸ ਵਚਨ ਦੀ ਪਾਲਣਾ ਕਰੀਏ। ਜੇਕਰ ਉਸ ਵਚਨ ਦੀ ਪਾਲਣਾ ਕਰਾਂਗੇ ਤੇ ਪਰਮੇਸ਼ਵਰ ਸਾਡੇ ਕੋਲ ਆਵੇਗਾ, ਉਹ ਸਾਡੇ ਨਾਲ ਵਾਸ ਕਰੇਗਾ। ਤੇ ਜਿਹੜਾ ਵਚਨ ਲਿਖਦਾ ਹੈ, ਜਿਹੜਾ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਵਚਨਾਂ ਦੀ ਪਾਲਣਾ ਨਹੀਂ ਕਰੇਗਾ। ਅੱਜ ਅਸੀਂ ਪਿਆਰ ਕਰਨ ਵਾਲੇ ਬਣਨਾ ਹੈ, ਕਿਉਂਕਿ ਬੜਾ ਚਿਰ ਹੋ ਗਿਆ ਅਜੇ ਤੱਕ ਅਸੀਂ ਖੁਦਾ ਦੇ ਵਚਨਾਂ ਦੀ ਪਾਲਣਾ ਨਹੀਂ ਕੀਤੀ। ਪਰ ਹੁਣ ਵਚਨ ਦੀ ਪਾਲਣਾ ਕਰਨੀ ਸਿੱਖਣੀ ਹੈ। ਅਤੇ ਇਹ ਵਚਨ ਜੋ ਤੁਸੀਂ ਸੁਣਦੇ ਹੋ ਮੇਰਾ ਨਹੀਂ, ਸਗੋਂ ਪਿਤਾ ਦਾ ਹੈ, ਜਿਨ ਮੈਨੂੰ ਇਸ ਧਰਤੀ ਦੇ ਉੱਤੇ ਘੱਲਿਆ ਹੈ। ਅੱਜ ਇਹ ਵਚਨ ਉਸ ਯਹੋਵਾ ਪਰਮੇਸ਼ਵਰ ਦਾ ਹੈ, ਜਿਨੇ ਸਾਨੂੰ ਇਸ ਧਰਤੀ ਦੇ ਉੱਤੇ ਘੱਲਿਆ ਹੈ ਔਰ ਆਪਣਾ ਵਚਨ ਸਿਖਾਉਂਦਾ ਹੈ। ਆਪਣਾ ਵਚਨ ਦੇ ਦੁਆਰਾ ਸਾਨੂੰ ਕੀ ਕਰਦਾ ਹੈ, ਬਰਕਤ ਦਿੰਦਾ ਹੈ। ਆਪਣੇ ਵਚਨ ਦੇ ਦੁਆਰਾ ਉਹ ਸਾਨੂੰ ਸਾਡੇ ਨਾਲ ਗੱਲਬਾਤ ਕਰਦਾ ਹੈ। ਕਿਉਂਕਿ ਇਸੇ ਦੀ 31 ਐਤ ਦੇ ਵਿੱਚ ਪੜ੍ਹਦੇ ਹਾਂ, ਪਰ ਇਸ ਲਈ ਜੋ ਜਗਤ ਨੂੰ ਮਾਲੂਮ ਹੋਵੇ, ਭਾਈ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ, ਤਾਂ ਜਿਵੇਂ ਪਿਤਾ ਨੇ ਮੈਨੂੰ ਆਗਿਆ ਦਿੱਤੀ ਹੈ ਤਿਵੇਂ ਮੈਂ ਕਰਦਾ ਹਾਂ। ਉੱਠੋ ਇੱਥੋਂ ਚੱਲੀਏ। ਅਮੀਨ, ਹਾਲੇਲੂਇਆ। ਹੁਣ ਜੇਕਰ ਅਸੀਂ ਖੁਦਾ ਨੂੰ ਪਿਆਰ ਕਰਦੇ ਹਾਂ ਤੇ ਜਗਤ ਨੂੰ ਮਾਲੂਮ ਹੋਣਾ ਚਾਹੀਦਾ ਹੈ ਕਿ ਵਾਕਈ ਇਹ ਪ੍ਰਭੂ ਦਾ ਚੇਲਾ ਹੈ, ਇਹ ਵਾਕਈ ਪ੍ਰਭੂ ਨੂੰ ਪਿਆਰ ਕਰਨ ਵਾਲਾ ਹੈ, ਤੇ ਵਾਕਈ ਇਹ ਪ੍ਰਭੂ ਦੇ ਵਚਨ ਦੀ ਕੀ ਕਰਦਾ ਹੈ, ਪਾਲਣਾ ਕਰਦਾ ਹੈ। ਸੋ ਫਿਰ ਪ੍ਰਭੂ ਨੇ ਜਿਹੜੀ ਆਗਿਆ ਦਿੱਤੀ ਹੈ ਉਸ ਆਗਿਆ ਦੇ ਉੱਤੇ ਚੱਲਣਾ ਸਿੱਖਣਾ ਹੈ, ਤੇ ਉਹ ਤਿਵੇਂ ਅਸੀਂ ਕਰਨਾ ਹੈ। ਤੇ ਉੱਠੋ, ਆਓ ਇੱਥੋਂ ਚੱਲੀਏ। ਹਾਲੇਲੂਇਆ। ਹੁਣ ਇੱਥੋਂ ਚੱਲਣਾ ਕਿੱਦਾਂ ਹੈ? ਕਿਉਂਕਿ ਪਾਪ ਦੇ ਵਿੱਚ ਦੱਬੇ ਹੋਏ ਸਾਂ, ਗੁਨਾਹ ਦੇ ਵਿੱਚ ਦੱਬੇ ਹੋਏ, ਬਦੀਆਂ ਦੇ ਵਿੱਚ ਦੱਬੇ ਹੋਏ ਸਾਂ, ਤੇ ਖੁਦਾ ਦਾ ਵਚਨ ਆਖਦਾ ਆਓ ਇੱਥੋਂ ਕੀ ਕਰੀਏ, ਚੱਲੀਏ। ਹਾਲੇਲੂਇਆ। ਅੱਜ ਇਸ ਪਾਪ ਵਾਲੀ ਗੁਲਾਮੀ ਦੇ ਵਿੱਚੋਂ, ਇਸ ਬਦੀ ਵਾਲੀ ਗੁਲਾਮੀ ਦੇ ਵਿੱਚੋਂ ਇੱਥੋਂ ਨਿਕਲੀਏ ਤੇ ਇੱਥੋਂ ਕੀ ਕਰੀਏ, ਚੱਲੀਏ। ਤੇ ਉਹਨਾਂ ਸਵਰਗੀ ਥਾਵਾਂ ਦੇ ਵਿੱਚ ਜਾ ਕੇ ਬੈਠੀਏ ਜਿੱਥੇ ਪਰਮੇਸ਼ਵਰ ਦਾ ਨਾਮ ਵਸਦਾ ਹੈ, ਪਰਮੇਸ਼ਵਰ ਦੇ ਕੰਮ ਵਸਦੇ ਨੇ, ਤੇ ਪਰਮੇਸ਼ਵਰ ਦੇ ਵਿੱਚ ਰਹਿ ਕੇ ਕੀ ਕਰੀਦਾ ਹੈ, ਪਿਆਰ ਕਰੀਦਾ। ਕਿਉਂਕਿ ਖੁਦਾ ਦਾ ਵਚਨ ਆਖਦਾ, ਜਿਵੇਂ ਮੈਂ ਜਗਤ ਨੂੰ ਪਿਆਰ ਕੀਤਾ, ਤੁਸੀਂ ਵੀ ਕੀ ਕਰੋ, ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਬਣ ਜਾਓ। ਕਿਉਂਕਿ ਪਿਆਰ ਹੀ ਸਭ ਤੋਂ ਉੱਤਮ ਇੱਕ ਫਲ ਹੈ ਜਿਹੜਾ ਇਨਸਾਨ ਨੂੰ ਖੁਦਾ ਨੇ ਬਖਸ਼ਿਆ ਹੈ। ਜੋ ਆਖਦਾ, ਜਿਵੇਂ ਮੈਂ ਜਗਤ ਨੂੰ ਪ੍ਰੇਮ ਕੀਤਾ, ਤੁਸੀਂ ਵੀ ਇੱਕ ਦੂਜੇ ਨੂੰ ਕੀ ਕਰੋ, ਪ੍ਰੇਮ ਕਰੋ। ਆਪਣੇ ਅੰਦਰੋਂ ਬੁਰਾਈ ਨੂੰ, ਆਪਣੇ ਅੰਦਰੋਂ ਪਾਪ ਨੂੰ, ਆਪਣੇ ਅੰਦਰੋਂ ਗੁਨਾਹ ਨੂੰ ਬਾਹਰ ਕੱਢੀਏ ਔਰ ਖੁਦਾ ਦੀ ਆਗਿਆ ਮੰਨਣ ਵਾਲੇ ਬਣ ਜਾਈਏ। खुदा दे वचन पढ़े और सुने जाने दे उत्ते बरकत होवे। आमीन। आमीन आमीन। पास्टर जी प्रार्थना